ਜੇ ਆਪਾਂ ਦੇਸ਼ ਨੂੰ ਖੁੱਟੇ ਲੈਣ ਲਾਤਾ, ਲੋਕਾਂ ਨੂੰ ਖੁੱਡੇ ਲੈਣ ਲਾਤਾ, ਫਿਰ ਕਾਹਤੇ ਰਾਜ ਕਰਨਾ। ਠੀਕ ਆ, ਮੋਦੀ ਸਾਹਿਬ ਦੇ ਮਗਰ ਅਡਾਨੀ ਅੰਬਾਨੀ ਨੇ ਪੈਸੇ ਲਾਏ ਆ, ਕੋਈ ਡਾਊਟ ਨਹੀਂ ਲਾਏ ਆ, ਪਰ ਆਪਾਂ ਦੇਸ਼ ਹੀ ਥੋੜਾ ਉਹਨਾਂ ਨੂੰ ਵੇਚ ਦੇਣਾ। ਮੰਨ ਲਓ ਮਨੁੱਖਤਾ ਸਾਰੀ ਇੱਕ ਟਾਈਮ ਵਾਸਤੇ ਵੀ ਮਨੁੱਖਤਾ ਸਾਰੀ ਦੇ ਵਾਸਤੇ ਘਾਤਕ ਆ। ਅਮੀਰ ਕੀ ਇਕੱਲਾ ਕਰ ਲੂ ਜੇ ਗਰੀਬ ਹੀ ਮਰ ਗਏ ਤੇ। ਜਦੋਂ ਅਸੀਂ ਇਹਨੇ ਵਿੱਚ ਸੋਧ ਕਰ ਲਓ, ਇਹਨੂੰ ਕਰ ਲਓ, ਉਦੋਂ ਆ ਸਰਕਾਰ ਆਂਦੀ ਸੀ ਅਸੀਂ ਨਹੀਂ ਮੰਨਦੇ ਸੀ ਤੇ ਇਹ ਬਣਾਤੇ ਸਹੀ ਬਣਾਤੇ। ਅੱਜ ਸਰਕਾਰ ਕਿਉਂ ਆਂਦੀ ਆ ਵੀ ਹਾਂ ਸੋਧਾਂ ਹੋਣੀਆਂ ਜ਼ਰੂਰੀ ਆ? ਅੱਜ ਸਰਕਾਰ ਆਪਣੇ ਮੂੰਹ ਆਂਦੀ ਆ, ਕਿਤੇ ਨਾ ਕਿਤੇ ਸਰਕਾਰ ਉਦੋਂ ਵੀ ਗਲਤ ਸੀ, ਸਰਕਾਰ ਅੱਜ ਵੀ ਗਲਤ ਹੈ। ਅੱਜ ਸਰਕਾਰ ਦੇ ਸਿਰ ਜਿਹੜਾ ਧੌਣ 'ਚ ਸਰੀਆ ਗੱਡਿਆ ਨਾ, ਉਹਨੂੰ ਲਾਉਣਾ ਇੱਕ ਤਰ੍ਹਾਂ। ਜੀ ਹਾਂ, ਪੂਰੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਸ਼ੰਭੂ ਬੈਰੀਅਰ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ। ਜੇਕਰ ਗੱਲ ਕੀਤੀ ਜਾਵੇ ਪੂਰੇ ਭਾਰਤ ਦੀ, ਤਾਂ ਭਾਰਤ ਦੇ ਕਿਸਾਨ ਜਿਹੜੇ ਨੇ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਜਿਹੜਾ ਹੈ ਉਹ ਲਗਾਤਾਰ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਉਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨ ਜਿਹੜੇ ਨੇ ਹਰ ਇੱਕ ਹੀਲਾ ਤੇ ਵਸੀਲਾ ਜਿਹੜਾ ਆ ਉਹ ਵਰਤ ਰਹੇ ਨੇ। ਜੇ ਕੀਤੀ ਜਾਵੇ ਗੱਲ ਅੰਮ੍ਰਿਤਸਰ ਦੀ, ਤੇ ਉਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਕਈ ਜਗ੍ਹਾਵਾਂ ਦੇ ਉੱਤੇ ਜਿਹੜਾ ਆ ਉਹ ਕਿਸਾਨਾਂ ਵੱਲੋਂ ਜਿਹੜਾ ਆ ਉਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਮੋਰਚੇ ਜਿਹੜੇ ਨੇ ਉਹ ਖੋਲ੍ਹੇ ਗਏ ਨੇ। ਜੰਡਿਆਲਾ ਗੁਰੂ ਦੇ ਵਿੱਚ ਵੀ ਜਿਹੜਾ ਆ ਰੇਲਵੇ ਸਟੇਸ਼ਨ ਦੇ ਲਾਗੇ ਕਿਸਾਨ ਬੈਠ ਕੇ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆ ਉਹ ਪ੍ਰਦਰਸ਼ਨ ਕਰ ਰਹੇ ਨੇ। ਜੇ ਗੱਲ ਕੀਤੀ ਜਾਵੇ ਮਾਨਾਵਾਲੇ ਤੇ ਮਾਨਾਵਾਲਾ ਟੋਲ ਪਲਾਜ਼ਾ ਤੇ ਵੀ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਜਿਹੜਾ ਆ ਘੋਲ ਸ਼ੁਰੂ ਕੀਤਾ ਗਿਆ। ਤੁਸੀਂ ਵੇਖ ਸਕਦੇ ਹੋ, ਅਸੀਂ ਮਾਨਾਵਾਲਾ ਟੋਲ ਪਲਾਜ਼ੇ ਦੇ ਕੋਲ ਮੌਜੂਦ ਹਾਂ ਤੇ ਲਗਾਤਾਰ ਹੀ ਇੱਥੇ ਸੰਘਰਸ਼ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਲੰਮਾ ਸਮਾਂ ਇਹਨਾਂ ਨੂੰ ਹੋ ਚੱਲਾ ਹੈ, ਕਿਉਂਕਿ ਕਿਸਾਨ ਆਪਣੀ ਮੁੱਛ ਦਾ ਸਵਾਲ ਬਣਾ ਕੇ ਬੈਠੇ ਹੋਏ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਨੂੰ ਗੋਡਿਆਂ ਭਾਰ ਲਿਆਉਣ ਵਾਸਤੇ ਦਿੱਲੀ ਨੂੰ ਚਾਰੇ ਪਾਸਿਓਂ ਜਿਹੜਾ ਸੀਗਾ ਘੇਰਨਾ ਪੈਣਾ ਸੀਗਾ। ਲੇਕਿਨ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤੇ ਅੰਮ੍ਰਿਤਸਰ ਵਿੱਚ ਵੀ ਲੰਮੇ ਸਮੇਂ ਤੋਂ ਜਿਹੜਾ ਆ ਉਹ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਬੈਠ ਕੇ ਜਿਹੜਾ ਆ ਉਹ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਜੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਮਾਨਾਵਾਲੇ ਤੇ ਮਾਨਾਵਾਲਾ ਟੋਲ ਪਲਾਜ਼ਾ ਤੋਂ ਵੀ ਜਿਹੜਾ ਆ ਉਹ ਜਿਹੜਾ ਆ ਇੱਥੇ ਜਿਹੜਾ ਲਗਾਤਾਰ ਹੀ ਪ੍ਰਦਰਸ਼ਨ ਜਿਹੜੇ ਨੇ ਉਹ ਵੀ ਕੀਤੇ ਜਾ ਰਹੇ ਨੇ, ਕਿਉਂਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਦਿੱਲੀ ਦੇ ਹਰ ਇੱਕ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਅਤੇ ਉਹਨਾਂ ਦਾ ਬੀਤੇ 8 ਤਰੀਕ ਨੂੰ ਜਿਹੜਾ ਸੀਗਾ ਉਹ ਵੀ ਇੱਕ ਬੰਦ ਦੀ ਕਾਲ, ਭਾਰਤ ਬੰਦ ਦੀ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਨੇ ਆਪਣਾ ਸਮਾਨ ਲੈ ਕੇ ਇੱਥੇ ਬੈਠੇ ਹੋਏ ਨੇ ਔਰ ਲੰਮੇ ਸਮੇਂ ਤੋਂ ਘੋਲ ਜਿਹੜਾ ਆ ਉਹ ਇੱਥੇ ਚੱਲ ਰਿਹਾ ਹੈ, ਕਿਉਂਕਿ ਲਗਾਤਾਰ ਹੀ ਕਿਸਾਨਾਂ ਦਾ ਵੀ ਇਹੀ ਮੰਨਣਾ ਆ ਕਿ ਅਗਰ ਕੇਂਦਰ ਨੂੰ ਗੋਡਿਆਂ ਭਰ ਲੈਣਾ ਤੇ ਉਹਨੂੰ ਚਾਰੋਂ ਬੰਨੋਂ ਜਿਹੜਾ ਆ ਘੇਰਾ ਪਾਉਣਾ ਪਵੇਗਾ। ਹਰਜੀਤ ਸਿੰਘ ਚੀਤਾ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਚੀਤਾ ਸਾਹਿਬ, ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਮੋਰਚੇ ਖੋਲੇ ਜਾ ਰਹੇ ਨੇ, ਲੇਕਿਨ ਕੇਂਦਰ ਜਿਹੜੀ ਆ ਹਜੇ ਤੱਕ ਆਪਣੀ ਸੁੱਤੀ ਹੋਈ ਜਿਹੜੀ ਆ ਨੀਂਦ ਚੋਂ ਨਹੀਂ ਉੱਠ ਪਾ ਰਹੀ। ਕੀ ਕਹਿਣਾ ਚਾਹੋਗੇ? ਵੇਖੋ ਵੀਰ ਜੀ, ਤੁਸੀਂ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਜੇ, ਪਰ ਆਪਾਂ ਘੋਲ ਸ਼ੁਰੂ ਕੀਤੇ ਸੀ ਇੱਕ ਸੜਕਾਂ ਤੋਂ ਛੋਟੇ-ਮੋਟੇ ਮੁਜ਼ਾਹਰੇ ਕਰਦੇ, ਫਿਰ ਆਪਾਂ ਟਰੈਕਟਰ ਮਾਰਚ ਕੱਢੇ ਸੜਕਾਂ ਦੇ ਵਿੱਚ ਤੇ ਹਰ ਕਿਸੇ ਲੀਡਰ ਨੂੰ ਜਾ ਕੇ ਆਪਾਂ ਮੰਗ ਪੱਤਰ ਦਿੱਤਾ, ਪਰ ਨਹੀਂ ਸਮਝੇ। ਚਲੋ ਉਹਨਾਂ ਦੀ 100 ਮਜਬੂਰੀ ਹੋ ਸਕਦੀ, ਲੀਡਰਾਂ ਦਾ ਵੀ ਉੱਤੇ ਗਾੜੀ ਜਿਹੜਾ ਮੁਖੀ ਆ ਮੋਦੀ ਸਾਹਿਬ ਉਹ ਨਹੀਂ ਮੰਨਣ ਡਏ ਗੱਲ, ਤੇ ਉਹਨਾਂ ਤੱਕ ਹੈ ਸਾਰੀ। ਹੁਣ ਗੱਲ ਇਹ ਆ ਵੀ ਸਰਕਾਰ ਦੀ ਈਗੋ ਆ, ਇੱਕ ਈਗੋ ਰੱਖ ਕੇ ਬੈਠੀ ਵੀ ਸਰਕਾਰ ਚਾਹੁੰਦੀ ਆ ਵੀ ਮੈਂ ਨਿਉਣਾ ਨਹੀਂ ਚਾਹੁੰਦੀ, ਪਰ ਇਸ ਵਕਤ ਨਿਉਣ ਤੋਂ ਬਿਨਾਂ ਉਹਨਾਂ ਕੋਲ ਕੋਈ ਚਾਰਾ ਨਹੀਂ ਰਹਿ ਗਿਆ। ਪਬਲਿਕ ਸਾਰੀ ਇਕਜੁੱਟ ਹੋ ਗਈ ਆ। ਇਹ ਜਿਹੜੀ ਲੜਾਈ ਹੈ ਇੱਕ ਸੱਚੀ ਸੁੱਚੀ ਲੜਾਈ ਹੈ, ਇੱਕ ਮਨੁੱਖਤਾ ਦੀ ਲੜਾਈ ਆ। ਇਹ ਅਨਾਜ ਤੇ ਕਬਜ਼ਾ ਕਰਨ ਦੀ ਗੱਲ ਆ, ਅਨਾਜ ਨੂੰ ਹਾਈਜੈਕ ਕਰਨ ਦੀ ਗੱਲ ਆ। ਠੀਕ ਆ, ਮੋਦੀ ਸਾਹਿਬ ਦੇ ਮਗਰ ਅਡਾਨੀ ਅੰਬਾਨੀ ਨੇ ਪੈਸੇ ਲਾਏ ਆ, ਕੋਈ ਡਾਊਟ ਨਹੀਂ ਲਾਏ ਆ, ਪਰ ਆਪਾਂ ਦੇਸ਼ ਹੀ ਥੋੜਾ ਉਹਨਾਂ ਨੂੰ ਵੇਚ ਦੇਣਾ। ਆਪਾਂ ਏਅਰਪੋਰਟ ਉਹਨਾਂ ਨੂੰ ਵੇਚਦੇ। ਹੁਣ ਇੱਥੇ ਲਾਗੇ ਮਾਨਾਵਾਲਾ ਸਟੇਸ਼ਨ ਆ, ਮਾਨਾਵਾਲਾ ਸਟੇਸ਼ਨ ਦੇ ਵਿੱਚ 40 ਕਿੱਲੇ ਲੈ ਕੇ ਦੇਤੇ ਆ ਮੋਦੀ ਸਾਹਿਬ ਨੇ ਉਹਨਾਂ ਨੂੰ। ਠੀਕ ਹੈ ਜੀ, ਆਹ ਰੋਡ ਉਹਨਾਂ ਨੂੰ 200 ਫੁੱਟ ਚੌੜਾ ਰੋਡ ਕਰਤਾ। ਯਾਰ ਸਾਰਾ ਦੇਸ਼ ਹੀ ਉਹਨਾਂ ਨੂੰ ਦੇਈ ਜਾਣਾ, ਆਪਾਂ ਅਸੀਂ ਕਿੱਥੇ ਜਾਣਾ ਵਾ? ਇਸ ਕਰਕੇ ਜੇ ਅਨਾਜ ਦੀ ਗੱਲ ਆ, ਜੇ ਅਨਾਜ ਤੇ ਕਬਜ਼ਾ ਹੋ ਗਿਆ, ਸਾਰਾ ਦੇਸ਼ ਤੇ ਅੱਗੇ ਲੈ ਕੇ ਖਰੀਦ ਲਿਆ। ਅੱਜ ਅਨਾਜ ਦੀ ਗੱਲ ਆ, ਜੇ ਅਨਾਜ ਤੇ ਕਬਜ਼ਾ ਹੋ ਗਿਆ, ਵੇਖੋ ਅਮੀਰ ਆ ਭਾਵੇਂ ਗਰੀਬ ਆ, ਭਾਵੇਂ ਕਰੋੜਾਂਪਤੀ ਅਰਬਾਂਪਤੀ, ਉਹ ਵੀ ਸਾਥ ਦੇ ਰਿਹਾ। ਭਾਵੇਂ ਦਿਹਾੜੀ ਕਰਨ ਵਾਲਾ ਬੰਦਾ ਜਿਹਨੇ ਕਮਾ ਲੈਣਾ ਸ਼ਾਮਾਂ ਨੂੰ ਖਾ ਲੈਣਾ, ਉਹ ਵੀ ਸਾਥ ਦੇ ਰਿਹਾ। ਮੰਨ ਲਓ ਮਨੁੱਖਤਾ ਸਾਰੀ ਇੱਕ ਟਾਈਮ ਵਾਸਤੇ ਵੀ ਮਨੁੱਖਤਾ ਸਾਰੀ ਦੇ ਵਾਸਤੇ ਘਾਤਕ ਆ। ਅਮੀਰ ਕੀ ਇਕੱਲਾ ਕਰ ਲੂ ਜੇ ਗਰੀਬ ਹੀ ਮਰ ਗਏ ਤੇ? ਜੇ ਗਰੀਬ ਮਰ ਕੇ ਅਮੀਰ ਵੀ ਕੀ ਕਰ ਲੂ? ਮਤਲਬ ਇਸ ਕਰਕੇ ਹਰ ਕਿਸੇ ਦੀ ਸੱਚੀ ਲੜਾਈ ਬਣ ਗਈ। ਮੋਦੀ ਸਾਹਿਬ ਨਹੀਂ ਸਮਝਦੇ, ਉਹਨਾਂ ਦੀ ਆਪਣੀ ਸੋਚ ਆ, ਪਰ ਅੱਜ ਨਹੀਂ ਕੱਲ ਸਮਝ ਉਹਨਾਂ ਨੂੰ 100% ਬਣਾਉਣੀ ਪੈਣੀ। 100% ਲੜਾਈ ਜਿੱਤੀ ਆ, 100% ਜਿੱਤ ਕੇ ਬੈਠੇ ਆ। ਜੀ ਤਾਂ ਸਭ ਜੇ ਗੱਲ ਕੀਤੀ ਜਾਵੇ 9 ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਕਹੀ ਗਈ ਸੀ, ਲੇਕਿਨ ਹੁਣ ਕੇਂਦਰ ਸਰਕਾਰ ਕਹਿੰਦੀ ਜੀ ਕਿ ਅਸੀਂ ਮੰਨਣ ਨੂੰ ਤਿਆਰ ਆ। ਹੁਣ ਕਿਸਾਨ ਕਹਿ ਰਹੇ ਨੇ ਕਿ ਅਸੀਂ ਹੁਣ ਰੱਦ ਕਰਾ ਕੇ ਹੀ ਰੱਖਾਂਗੇ। ਕੀ ਲੱਗਦਾ ਮੁੱਛ ਦਾ ਸਵਾਲ ਹੋ ਗਿਆ ਹੁਣ ਕੇਂਦਰ ਸਰਕਾਰ ਦਾ ਵੀ ਤੇ ਆਪਣੇ ਕਿਸਾਨਾਂ ਦਾ? ਪਹਿਲਾਂ ਜਦੋਂ ਅਸੀਂ ਇਹਨੇ ਵਿੱਚ ਸੋਧ ਕਰ ਲਓ, ਇਹਨੂੰ ਕਰ ਲਓ, ਉਦੋਂ ਆ ਸਰਕਾਰ ਆਂਦੀ ਸੀ ਅਸੀਂ ਨਹੀਂ ਮੰਨਦੇ ਸੀ ਤੇ ਇਹ ਬਣਾਤੇ ਸਹੀ ਬਣਾਤੇ। ਅੱਜ ਸਰਕਾਰ ਕਿਉਂ ਆਂਦੀ ਆ ਵੀ ਹਾਂ ਸੋਧਾਂ ਹੋਣੀਆਂ ਜ਼ਰੂਰੀ ਆ? ਅੱਜ ਸਰਕਾਰ ਆਪਣੇ ਮੂੰਹ ਆਂਦੀ ਆ,
ਕਿਤੇ ਨਾ ਕਿਤੇ ਸਰਕਾਰ ਉਦੋਂ ਵੀ ਗਲਤ ਸੀ, ਸਰਕਾਰ ਅੱਜ ਵੀ ਗਲਤ ਹੈ। ਅੱਜ ਸਰਕਾਰ ਦੇ ਸਿਰ ਜਿਹੜਾ ਧੌਣ 'ਚ ਸਰੀਆ ਗੱਡਿਆ ਨਾ, ਉਹਨੂੰ ਲਾਉਣਾ ਇੱਕ ਵਾਰ, ਉਹਨੂੰ ਲਾ ਕੇ ਕਿਉਂ ਲਾਉਣਾ? ਕਿਉਂਕਿ ਇਹ ਜਿਹੜੀ ਗਾਂ ਤੋਂ ਆਉਣ ਵਾਲਾ ਪਬਲਿਕ ਦੇ ਹਿੱਤ 'ਚ ਫੈਸਲੇ ਕਰਨ, ਪਬਲਿਕ ਦੇ ਉਲਟ ਨਾ ਫੈਸਲੇ ਕਰਨ, ਪਬਲਿਕ ਦੀ ਰਾਏ ਲੈ ਕੇ ਕਰਨ। ਪਬਲਿਕ ਹੀ ਜਿਹੜੀ ਆ ਉਹੀ ਹੀ ਸਭ ਕੁਝ ਹੁੰਦੀ ਆ, ਪਬਲਿਕ ਹੀ ਮਤਲਬ ਜਿਹੜਾ ਦੇਸ਼ ਆ ਪਬਲਿਕ ਨਾਲ ਹੀ ਚੱਲਦਾ। ਦੇਸ਼ ਇੱਕ ਪਬਲਿਕ ਆ। ਜੇ ਆਪਾਂ ਦੇਸ਼ ਨੂੰ ਖੁੱਡੇ ਲੈਣ ਲਾਤਾ, ਲੋਕਾਂ ਨੂੰ ਖੁੱਡੇ ਲੈਣ ਲਾਤਾ, ਫਿਰ ਕਾਹਤੇ ਰਾਜ ਕਰਨਾ? ਇਹ ਤੇ ਈਗੋ ਇੱਕ ਮੋਦੀ ਸਾਹਿਬ ਤੇ ਐਂ ਬਣ ਕੇ ਬੈਠੇ ਜਿੱਦਾਂ ਮੈਂ ਕੱਖ ਦੇਸ਼ ਦਾ ਰਹਿਣ ਨਹੀਂ ਦੇਣਾ, ਨਾ ਸਾਰੀ ਪ੍ਰਾਪਰਟੀ ਵੇਚਤੀ। ਹੁਣ ਲੋਕਾਂ ਨੂੰ ਵੇਚਣ ਦੀ ਗੱਲ ਹੈ, ਲੋਕਾਂ ਦੀ ਅਰਥੀ ਆ, ਇਹ ਲੋਕਾਂ ਦੀ ਅਰਥੀ ਆ। ਮੰਨ ਲਓ ਜੇ ਇੱਕ ਆਰਡੀਨੈਂਸ ਪਾਸ ਹੋ ਗਏ, ਚੱਲ ਪਏ ਨਾ। ਜੇ ਅੱਜ ਵੇਖੋ ਜਿਹੜਾ ਮੱਕੀ ਅਸੀਂ 2 ਮਹੀਨੇ ਪਹਿਲੋਂ 70 ਰੁਪਏ ਵੇਚੀ ਸੀ, ਅੱਜ ਉੱਥੇ MRP ਤੇ 150 ਨੂੰ ਵਿਕਣ ਡਈ ਆ। 50% ਡਿਸਕਾਊਂਟ ਤੇ ਵੀ ਦੇ ਜਾਣਗੇ, ਫਿਰ ਵੀ 75 ਦੀ ਹੈ ਤੇ ਸਾਰੀ 7 ਦੀ ਆ। ਇਦਾਂ ਹੀ ਮੱਕੀ ਆ, ਇਦਾਂ ਹੀ ਹਰ ਚੀਜ਼ ਆ। ਮਤਲਬ ਅਨਾਜ ਤੇ ਕਬਜ਼ਾ ਕਰਨ ਦੀ ਗੱਲ ਆ। ਅਨਾਜ ਤੇ ਕਬਜ਼ਾ ਅਗਰ ਮਨੁੱਖਤਾ ਸਾਰੀ ਮਰ ਜਾਣੀ। ਇਸ ਕਰਕੇ ਪ੍ਰਮਾਤਮਾ ਆਪ ਕਰਾਉਣ ਡਿਆ, ਅਸੀਂ ਨਹੀਂ ਕਰਨ ਰਹੇ। ਸਾਡੇ 'ਚ ਕੀ ਵਾਲਾ ਇੱਥੋਂ ਤੱਕ ਅਸੀਂ ਲੜਾਈ ਲੈ ਜਾਈਏ। ਬਾਬਾ ਨਾਨਕ ਦੀ ਖੇਤੀ ਆ, ਬਾਬਾ ਨਾਨਕ ਆ ਵੀ ਫੱਟੇ ਚੱਕੇ ਸਾਰੇ ਇਹਨਾਂ ਨੂੰ, ਬਸ ਇਹਨਾਂ ਨੇ ਰੱਬ ਨਾਲ ਮੱਥਾ ਲਾ ਲਿਆ। ਕੀ ਸੰਸ਼ੋਧਨ ਜੇਕਰ ਕੀਤੇ ਜਾਂਦੇ ਨੇ ਤੇ ਕਿਸ ਚੀਜ਼ ਦੀ ਤੁਸੀਂ ਸਮਝਦੇ ਕਿ ਸੰਸ਼ੋਧਨ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ ਵਾ, ਜੋ ਵਧੀਆ ਤਰੀਕੇ ਦੇ ਨਾਲ ਕਿਸਾਨਾਂ ਦੇ ਹੱਕ 'ਚ ਵੀ ਹੋਣਾ ਚਾਹੀਦਾ, ਕਿ ਹੁਣ ਸਿਰਫ ਮੁੱਛ ਦਾ ਸਵਾਲ ਹੀ ਆ ਕਿ ਹੁਣ ਅਸੀਂ ਰੱਦ ਹੀ ਕਰਾਉਣਾ ਜੋ ਮਰਜ਼ੀ ਹੋ ਜਾਣਾ? ਵੇਖੋ ਸੰਸ਼ੋਧਨ ਦੀ ਜਦੋਂ ਅਸੀਂ ਗੱਲ ਕੀਤੀ ਸੀ ਮੰਡੀਕਰਨ ਦੇ ਵਿੱਚ, ਜਿਹੜੀ ਮੰਡੀਕਰਨ ਸਿਸਟਮ ਤੋੜਨਾ ਨਹੀਂ ਚਾਹੀਦਾ। ਮੰਡੀਕਰਨ ਸਿਸਟਮ ਇੱਕ ਇਹੋ ਜਿਹਾ ਬੜੇ ਬਣਾਉਂਦੇ ਨੇ, ਇਹਨਾਂ ਨੂੰ ਵਰੇ ਲੱਗ ਗਿਆ ਜਿਹੜਾ ਸਿਸਟਮ। ਇੱਕ ਵੇਖੋ ਸਾਰੇ ਦੇਸ਼ ਦੇ ਵਿੱਚ ਮੰਡੀਕਰਨ ਸਿਸਟਮ ਨਹੀਂ ਹੈਗਾ। ਸਾਰੀ ਦੇਸ਼ ਦੇ ਕਿਸਾਨ ਜਿਹੜੇ 70% ਤੋਂ 6% ਤੇ ਰਹਿ ਗਏ ਆ। UP MP ਦੇ ਵਿੱਚ ਝੋਨਾ 800 ਨੂੰ ਵਿਕਦਾ। ਜੇ ਸਾਡਾ ਮੰਡੀਕਰਨ ਹੀ ਟੁੱਟ ਗਿਆ ਤੇ ਇੱਥੇ ਤੇ ਇੱਕ ਮਾੜਾ ਮੋਟਾ ਸਾਨੂੰ ਭਾਅ ਮਿਲ ਰਿਹਾ, ਜੇ ਉਹ ਵੀ ਟੁੱਟ ਗਿਆ ਤੇ ਕਿੱਥੇ ਜਾਵਾਂਗੇ? ਸਭ ਤੋਂ ਜ਼ਿਆਦਾ ਹੀ ਮੰਡੀਕਰਨ ਸਿਸਟਮ ਤੋੜਨ ਦੀ ਜਿਹੜੀ ਗੱਲ ਆ। ਵੇਖੋ ਉਹ 8% ਭਾਵੇਂ ਜਾਂਦਾ ਸੀ, ਪਰ ਉਹਨਾਂ ਸਾਡੇ ਪਿੰਡਾਂ ਦਾ ਵਿਕਾਸ ਹੁੰਦਾ ਸੀ। ਅਸੀਂ ਚੋਰ ਚੱਕੇ ਦੇ ਕੋਈ ਹੈ ਨਹੀਂ, ਅਸੀਂ ਸਾਰਾ ਕੁਝ ਲੁੱਟ ਗਿਆ। ਅਸੀਂ ਤਾਂ ਉਹਨੇ ਸਮਾਜ ਨਾਲ ਚੱਲੀਏ। ਅਸੀਂ ਅੱਗੇ ਵੀ ਸਮਾਜ ਕਿਸਾਨ ਸਾਰਾ ਸਮਾਜ ਲੈ ਕੇ ਚੱਲਦਾ ਸੀ, ਅੱਜ ਵੀ ਸਾਰਾ ਸਮਾਜ। ਵੇਖੋ ਗੱਲ ਇਹ ਆ ਵੀ ਅੱਗੇ ਸੰਸ਼ੋਧਨ ਵਾਲੀ ਗੱਲ ਤੁਹਾਨੂੰ ਮੈਂ ਦੱਸਾਂ, ਅਸੀਂ ਫਸਲ ਮੰਡੀ ਖੜਦੇ ਹਾਂ, ਮੰਡੀ ਫਸਲ ਖੜ ਕੇ ਤੇ ਉੱਥੇ ਆਮ ਲੋਕ, ਘਰਾਂ ਦੇ ਲੋਕ ਜਿਨ੍ਹਾਂ ਸਾਰਾ ਸਿਆਲ ਅਨਾਜ ਖਾਣਾ, ਉਹ ਸਾਡੇ ਕੋਲ ਮੰਡੀ 'ਚ ਆਣ ਕੇ ਤੇ ਕਣਕ ਲੈ ਜਾਂਦੇ ਸੀ। ਉਹ ਕੀ ਕਰਦੇ ਸੀ? ਰੁਪਈਆ ਪਸਾਈ ਦਿੰਦੇ ਸੀ। ਮਤਲਬ ਜਿੰਨੀ ਕੁ ਉਹਨਾਂ ਨੂੰ ਲੋੜ ਸੀ ਉਨੀ ਕੁ ਕਣਕ ਪਸਾ ਲੈਂਦੇ, ਕੋਈ ਆਟਾ ਖਰਾਬ ਨਾ ਹੋਵੇ। ਇਹਦੇ ਨਾਲ ਉਹਨਾਂ ਦਾ ਸਾਰਾ ਸਿਆਲ ਗੁਜ਼ਾਰਾ ਹੋ ਜਾਂਦਾ ਸੀ। 17-18 ਰੁਪਏ ਸਾਡੇ ਕੋਲ ਲਈ, ਰੁਪਈਆ ਪਸਾਈ ਪਾਤੀ, 19 ਰੁਪਏ ਪੈ ਗਿਆ। ਇਹੋ ਕਣਕ ਇਹਨਾਂ ਨੂੰ 150 ਨੂੰ ਪੈਣੀ ਆ ਤੇ ਲੜਾਈ ਜਾਇਜ਼ ਨਾ ਹੋ ਗਈ। ਉਹ ਬੰਦੇ ਨੇ ਕਮਾਈ ਕਿੱਥੋਂ ਕਰਨੀ? ਇੱਥੇ ਹੀ ਕਰਨੀ ਆ। ਲੰਮੇ ਸਮੇਂ ਤੋਂ ਤੁਹਾਡੇ ਵੱਲੋਂ ਵੀ ਇੱਥੇ ਜੇ ਟੋਲ ਪਲਾਜ਼ਾ ਤੇ ਵੀ ਘੋਲ ਕੀਤਾ ਜਾ ਰਿਹਾ, ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ? ਖਾਣ ਪੀਣ ਦਾ ਕਿਸ ਤਰ੍ਹਾਂ ਪ੍ਰਬੰਧ ਇੱਥੇ ਕੀਤਾ ਜਾ ਰਿਹਾ ਹੈ? ਔਰ ਜਿਹੜੇ ਕੱਲ ਵੀ ਸਰਵਨ ਸਿੰਘ ਬੰਦੇਰ ਹੋਣੇ ਦਿੱਲੀ ਨੂੰ ਕੂਚ ਕਰ ਰਹੇ ਨੇ ਸਵੇਰੇ 7 ਵਜੇ ਅਰਦਾਸ ਕਰਕੇ, ਕਿਸ ਤਰ੍ਹਾਂ ਵੇਖਦੇ ਹੋ ਕਿ ਕਿਆ ਉਹਨਾਂ ਦਾ ਵੀ ਪਹਿਲਾਂ ਇੱਥੇ ਸਟੋਪੇਜ ਲਵਾ ਕੇ ਖਾਣਾ ਪ੍ਰਸ਼ਾਦਾ ਛਕਾ ਕੇ ਫਿਰ ਅੱਗੇ ਭੇਜਿਆ ਜਾਏਗਾ ਜੀ? ਹਾਂਜੀ ਵੇਖੋ ਅਸੀਂ ਤੇ ਹਰ ਕਿਸੇ ਨੂੰ ਜੀ ਆਇਆ ਨਾ, ਅਸੀਂ ਤੇ ਸਾਨੂੰ ਕੋਈ ਕਾਲ ਦੇ ਜਾਂਦਾ ਪਹਿਲਾਂ। ਵੇਖੋ 300-400 ਬੰਦੇ ਦਾ ਹਰ ਵਕਤ ਸਾਡੇ ਕੋਲ ਸਮਾਨ ਤਿਆਰ ਆ, ਹਰ ਵਕਤ 300-400 ਬੰਦੇ ਦੀ ਰੋਟੀ ਤਿਆਰ ਆ। ਹਾਂ ਜਿੱਦਾਂ ਸ਼੍ਰੋਮਣੀ ਕਮੇਟੀ ਵਾਲੇ ਆਏ ਸੀ ਉਹ ਪਹਿਲਾਂ ਸਾਨੂੰ ਦੱਸ ਗਏ ਸੀ, ਉਹ 500 ਬੰਦਾ ਸੀ, ਅਸੀਂ ਪਹਿਲਾਂ ਤਿਆਰ ਕਰਤਾ ਸੀ। ਹਰ ਵਕਤ ਜਦੋਂ ਕੋਈ ਆਵੇ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਦੇ 11 ਵਜੇ ਤੱਕ ਜਦੋਂ ਮਰਜ਼ੀ ਕੋਈ ਆ ਜਾਏ, ਰਾਤ ਨੂੰ ਵੀ ਰਹਿੰਦਾ, ਰਾਤ ਨੂੰ ਪਕਾ ਕੇ ਰੱਖਿਆ ਹੁੰਦਾ ਵਾ। 50-60 ਬੰਦੇ ਰਾਤ ਨੂੰ ਵੀ ਆ ਜਾਣ, ਛਕ ਸਕਦੇ ਆ। ਇੱਥੇ ਵਾਲਾ ਮੋਰਚਾ ਮਤਲਬ ਕੋਈ ਵੀ ਅੰਮ੍ਰਿਤਸਰੋਂ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨੋਂ ਕਿਸੇ ਨੇ ਵੀ ਜਾਣਾ ਇੱਥੇ ਹੋ ਕੇ ਹੀ ਜਾਂਦਾ। ਇੱਥੇ ਕੋਈ ਵੀ ਝੰਡੇ ਦੀ ਲੋੜ ਆ ਉਹ ਲੈ ਜੇ, ਕਿਸੇ ਨੂੰ ਆਟੇ ਦੀ ਲੋੜ ਆ, ਦਾਲ ਦੀ ਲੋੜ ਆ, ਚੌਲ ਦੀ ਲੋੜ ਆ, ਮਤਲਬ ਕਿਸੇ ਵੀ ਚੀਜ਼ ਦੀ ਲੋੜ ਆ, ਬਿਸਕੁਟ ਵਗੈਰਾ, ਬ੍ਰੈਡ ਵਗੈਰਾ, ਹਰ ਚੀਜ਼ ਇੱਥੇ ਅਵੇਲੇਬਲ ਹੈਗੀ ਆ। ਹਰ ਚੀਜ਼ ਦੇ ਕੇ ਤੋਰੀ ਜਾਈਦਾ ਹਰ ਕਿਸੇ। ਤੇ ਇੱਥੋਂ ਫਿਰ ਹੁਣ ਕਿਸ ਤਰ੍ਹਾਂ ਤਿਆਰੀਆਂ ਰੱਖੀਆਂ ਗਈਆਂ ਨੇ? ਹੁਣ ਜੇ ਅਗਰ ਦਿੱਲੀ ਨੂੰ ਕੂਚ ਕਰਨਾ ਪਿਆ ਤੇ ਫਿਰ ਕਿਸ ਤਰ੍ਹਾਂ ਦਿੱਲੀ ਨੂੰ ਕੂਚ ਕੀਤਾ ਜਾਏਗਾ ਹੁਣ ਦੁਬਾਰਾ ਇੱਧਰੋਂ ਜੀ? ਵੇਖੋ ਦਿੱਲੀ ਨੂੰ ਹਾਲ ਦੀ ਘੜੀ ਤੇ ਅਸੀਂ ਇੱਥੋਂ ਇੱਕ ਜਥੇ ਤੋਰਨ ਦਾ ਇੱਕ ਪੁਆਇੰਟ ਬਣਾਇਆ ਵਾ ਵੀ ਕਿਸੇ ਨੂੰ ਕੋਈ ਉੱਥੋਂ, ਹੁਣ ਮੰਨ ਲਓ ਉੱਥੋਂ ਮੰਗ ਆਈ ਸੀ ਵੀ ਸਾਨੂੰ ਲੀੜੇ ਧੋਣ ਵਾਲੀਆਂ ਮਸ਼ੀਨਾਂ ਦੀ ਲੋੜ, ਉਹ ਘਲਾਉਣੀਆਂ ਕੱਲ੍ਹ ਨੂੰ ਹੀ। ਸਵੇਰੇ ਕੱਲ੍ਹ ਮੰਗ ਆਈ ਵੀ ਕੰਬਲ ਘਲਾਓ, ਉਹ ਘਲਾਇਆ। ਹੁਣ ਆਂਦੇ ਦੁੱਧ ਬੜਾ ਵਾ ਤੇ ਵੇਸਟ ਹੋਣ ਡਿਆ, ਤੇ ਇੱਥੋਂ ਕੋਈ ਮੰਨ ਲਓ ਸਾਨੂੰ ਡਰਾਈ ਫਰੂਟ ਘਲਾਓ, ਚੌਲ ਘਲਾਓ, ਉਹ ਘਲਾਉਣ ਲੱਗੇ ਹੁਣ। ਇਸ ਕਰਕੇ ਜੋ ਰਿਕੁਆਇਰਮੈਂਟ ਉੱਥੋਂ ਆਉਂਦੀ ਆ ਉਹ ਰਿਕੁਆਇਰਮੈਂਟ ਨੂੰ ਇੱਥੋਂ ਹੀ ਪੂਰਾ ਕਰੀ ਜਾਂਦੇ ਆ, ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ। ਹੁਣ ਦਿੱਕਤ ਉੱਥੇ ਕੋਈ ਨਹੀਂ ਹੈਗੀ। ਜਿੱਥੇ ਆਟਾ ਨਹੀਂ ਮਿਲਦਾ ਉੱਥੇ ਬਦਾਮ ਗਿਰੀਆਂ ਮਿਲ ਰਹੀਆਂ, ਕਈ ਕੁਝ ਮਿਲ ਰਿਹਾ ਵਾ। ਇਹ ਮੋਦੀ ਸਾਹਿਬ ਦੀ ਤੇ ਸਾਡੀ ਤੇ ਮੁੱਛ ਦਾ ਸਵਾਲ ਆ, ਪਰ ਮੋਦੀ ਸਾਹਿਬ ਦੀ ਜਿਹੜੀ ਸਰੀਆ ਸੀ ਨਾ ਉਹ ਲਿਫਣਾ ਸ਼ੁਰੂ ਹੋ ਗਿਆ ਵਾ। ਇਹ ਲੱਗਦਾ ਹੱਲ ਨਿਕਲੂਗਾ ਹੁਣ, ਜਿਵੇਂ ਤੁਸੀਂ ਕਹਿੰਦੇ ਪਏ ਲਿਫਣਾ ਸ਼ੁਰੂ ਹੋ ਗਿਆ? ਨਹੀਂ ਵੇਖੋ ਅਸੀਂ ਤਾਂ 100% 120% ਕੱਢ ਕੇ ਬੈਠੇ ਆ। ਇਸ ਟਾਈਮ ਤੇ ਮੋਦੀ ਸਾਹਿਬ ਆਪਣੀ ਬਦਨਾਮੀ ਕਰਾਉਣ ਡਏ ਆ। ਠੀਕ ਹੈ ਜੇ ਥੋੜੀ ਹੋ ਗਈ ਹੋਰ ਕਰਾ ਲੈਣਗੇ। ਇਸ ਟਾਈਮ ਤੇ ਮੋਦੀ ਸਾਹਿਬ ਮੰਨ ਲਓ ਸਿਆਣੇ ਨਹੀਂ ਹੈਗੇ, ਸਿਆਣਪ ਨਹੀਂ ਹੈਗੀ ਉਹਨਾਂ ਦੀ। ਨਹੀਂ ਤਾਂ ਕਹਿੰਦੇ ਵੀ ਯਾਰ ਮੈਂ ਤੇ ਤੁਹਾਡੇ ਲਈ ਬਣਾਇਆ, ਨਹੀਂ ਚੰਗਾ ਤੇ ਆ ਲਓ ਫੜੋ, ਸਿਆਪਾ ਪਾੜ ਕੇ ਪਰਾਂ ਮਾਰ ਦੇ ਤੇ ਆ ਨਵਾਂ ਬਣਾ ਲਓ। ਜੇ ਉਹਨਾਂ ਨੇ ਆਪਣਾ ਆਪ ਦੇਸ਼ ਨੂੰ ਵੇਚ ਕੇ ਬੈਠੇ ਆ, ਜਿਹੜੇ ਬੰਦੇ ਆਰਡੀਨੈਂਸ ਜੇ ਉਹਨਾਂ ਨੇ ਖੜਰਾ ਤਿਆਰ ਕੀਤਾ, ਕਰਨ ਵਾਲੇ ਕੋਈ ਆ। ਖੜਰਾ ਤਿਆਰ ਕਰਕੇ ਮਾਨੀ ਡਾਨੀ ਦਿੱਤਾ, ਮੋਦੀ ਸਾਹਿਬ ਨੇ ਮੋਹਰ ਲਾਈ ਆ। ਹੁਣ ਜੇ ਮੋਦੀ ਸਾਹਿਬ ਉਹਨੇ ਵੇਖੋ ਤੋਮਰ ਨੇ, ਖੇਤੀਬਾੜੀ ਮੰਤਰੀ ਨੇ ਕੀ ਕਿਹਾ ਪਿਛਲੀ ਮੀਟਿੰਗ 'ਚ? ਉਹਨੇ ਕਿਹਾ ਵੀ ਜੇ ਕਿਸਾਨਾਂ ਦੇ
ਅਸੀਂ ਤੁਹਾਨੂੰ ਖੁਸ਼ ਕਰਦੇ ਹਾਂ, ਅੰਬਾਨੀ ਡਾਨੀ ਨਾਰਾਜ਼ ਹੁੰਦੇ ਆ। ਇਹਦਾ ਮਤਲਬ ਇਹ ਵੀ ਅੰਬਾਨੀ ਡਾਨੀ ਦਾ ਹੀ ਨਾਂ ਕਿਉਂ ਲਿਆ, ਹੋਰ ਕਿਸੇ ਦਾ ਕਿਉਂ ਨਹੀਂ ਲਿਆ? ਚਲਾਉਣ ਉਹ ਡਿਆ। ਅਸੀਂ ਪਹਿਲੇ ਦਿਨ ਤੋਂ ਆਉਂਦੇ ਅੰਬਾਨੀ ਡਾਨੀ ਹੀ ਦੇਸ਼ ਨੂੰ ਚਲਾਉਣ ਡਿਆ। ਵੇਖੋ ਅੱਜ ਸਟੇਸ਼ਨ ਉਹ ਬਣਾਉਣ ਡਿਆ, ਅੱਜ ਸਾਰਾ ਕੁਝ ਚੱਲ ਗਿਆ, ਅੱਜ ਕਾਲਜ ਚੱਲ ਗਏ, ਸਕੂਲ ਚੱਲ ਗਏ, ਹਰ ਕੋਈ ਚੱਲ ਗਿਆ, ਹਰ ਕੁਝ ਚੱਲਣ ਡਿਆ। ਰੇਲਾਂ ਕਿਉਂ ਨਹੀਂ ਚੱਲਣ ਡਈਆਂ? ਰੇਲਾਂ ਤੇ ਅੰਬਾਨੀ ਡਾਨੀ ਦਾ ਨਾਂ ਲਿਖਾਉਣ ਡਏ ਆ, ਸਟੇਸ਼ਨਾਂ ਤੇ ਅੰਬਾਨੀ ਡਾਨੀ ਦਾ ਨਾਂ ਲਿਖਾਉਣ ਡਏ ਆ। ਰੇਲਵੇ ਤੇ ਇੱਕਦਮ ਉਹਨਾਂ ਦਾ ਸਾਰਾ ਕਬਜ਼ਾ ਹੋ ਗਿਆ, ਏਅਰਵੇ ਤੇ ਮਤਲਬ ਕਬਜ਼ਾ ਹੋ ਗਿਆ ਵਾ, ਆਇਲਰੀ ਤੇ ਸਾਰੀ ਤੇ ਕਬਜ਼ਾ ਹੋ ਗਿਆ ਵਾ। ਰਹਿ ਕੀ ਗਿਆ? ਰਹਿ ਗਿਆ ਖੇਤੀ ਸੈਕਟਰ। ਇਹ ਤੇ ਵੀ ਕਬਜ਼ਾ ਕਰ ਲੈਂਦੇ ਤੇ ਠੀਕ ਹੀ, ਆਪਾਂ ਤੇ ਫਿਰ ਸਾਰੇ ਦਿਹਾੜੀਦਾਰ ਹੀ ਹੋਣੇ ਸੀ। ਇਸ ਕਰਕੇ ਪ੍ਰਮਾਤਮਾ ਨੇ ਆਪ ਰੰਗ ਲਾਏ, ਉਹਨਾਂ ਨੇ ਆਪ ਬਚਾਇਆ। ਇਹ ਹਾਂ ਇਹ ਰਾਜੇ ਦਾ ਅੰਤ ਹੋਣਾ ਹੀ ਹੋਣਾ ਸੀ, ਜਿੱਦਾਂ ਔਰੰਗਜ਼ੇਬ ਵਰਗੇ ਦਾ ਅੰਤ ਹੋਇਆ ਨਾ, ਇਹ ਰਾਜੇ ਦਾ ਅੰਤ ਹੋਣਾ ਹੀ ਹੋਣਾ ਸੀ। ਇਸ ਕਰਕੇ ਸਾਰਾ ਰੱਬ ਕਿੱਥੇ ਆ? ਤੁਹਾਡੇ ਮੇਰੇ ਵਿੱਚ ਆ ਰੱਬ। ਰੱਬ ਵਸਿਆ ਸਾਰਿਆਂ ਵਿੱਚ, ਸਾਰਿਆਂ ਨੂੰ ਰੱਬ ਨੇ ਆਪ ਕੋ ਲੜਾਉਣ ਡਿਆ, ਰੱਬ ਹੀ ਕਰਨ ਡਿਆ ਸਾਰਾ ਕੁਝ, ਪਰਮਾਤਮਾ ਕਰਨ ਡਿਆ ਜੀ। ਡਰਾਈ ਫਰੂਟ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ, ਭੇਜਿਆ ਜਾਏਗਾ ਕਦੋਂ ਜਾਏਗਾ ਜਿਹੜਾ ਸਮਾਨ ਜਿਹੜਾ ਸਾਰਾ ਜਾਏਗਾ ਜੀ? ਉਹ ਬੰਦੇ ਚੱਲ ਗਏ ਜੀ ਸਾਡੇ ਉੱਥੇ, ਉਹ ਖਰੀਦ ਰਹੇ ਆ ਢਾਬ ਦੇ ਵਿੱਚ। ਉਹਨੇ ਜਦੋਂ ਆਖਿਆ ਅਸੀਂ ਇੱਥੋਂ ਲੈ ਕੇ ਇੱਕ ਹਾਥੀ ਚੱਲ ਜਾਣਾ ਵਾ, ਉੱਥੋਂ ਲੱਦ ਕੇ ਲਿਆਉਣਾ, ਉਹ ਖਰੀਦਣ ਦਾ ਯਾਰ ਰੈਡੀ। ਉਹ ਕੋਈ ਭੀੜ ਬੜੀ ਹੈ ਸੀ, ਅਸੀਂ ਤੇ ਲੱਦ ਕੇ ਲਿਆਉਣ ਵਾਲੇ ਬੰਦੇ ਸਾਡੇ 3-4 ਚੱਲ ਗਏ ਉੱਥੇ। ਠੰਡ ਬੜੀ ਹੋ ਜਾਂਦੀ ਰਾਤ ਨੂੰ, ਫਿਰ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ? ਕਿਉਂਕਿ ਸਰਦੀ ਦੇ ਵਿੱਚ ਹਮੇਸ਼ਾ ਹੀ ਲੋਕ ਜਿਹੜੇ ਨੇ ਉਹ ਘਰ ਦੇ ਵਿੱਚ ਬੈਠ ਕੇ ਗੁਜ਼ਾਰਾ ਕਰਦੇ ਨੇ, ਸਰਦੀ ਬੜੀ ਆ। ਹੁਣ ਕਿਸ ਤਰ੍ਹਾਂ ਇੱਥੇ ਗੁਜ਼ਾਰਾ ਕੀਤਾ ਜਾਂਦਾ ਸਰਦੀ ਦੇ ਵਿੱਚ ਵੀ? ਕਿ ਮੋਰਚੇ ਜਿਹੜੇ ਆ ਹੁਣ ਕਿ ਲੱਗਦਾ ਨਹੀਂ ਕਿ ਸਰਦੀ ਕਰਕੇ ਉੱਥੋਂ ਠੰਡੇ ਠੰਡੇ ਪੈਂਦੇ ਹੁੰਦੇ ਨਜ਼ਰ ਤਾਂ ਨਹੀਂ ਆਣਗੇ ਕਿਤੇ? ਨਹੀਂ ਮੋਰਚੇ ਠੰਡੇ ਨਹੀਂ ਪੈਣੇ, ਮੋਰਚੇ ਤੇ ਦਿਨੋਂ ਦਿਨ ਮਗਦੇ ਜਾਂਦੇ ਆ। ਮਤਲਬ ਲੋੜ ਹੀ ਕਿਸੇ ਚੀਜ਼ ਦੀ ਨਹੀਂ। ਠੰਡ ਤਾਂ ਸਾਨੂੰ ਐ, ਅਸੀਂ ਤੇ ਕਣਕ ਜਦੋਂ ਪਾਣੀ ਲਾਈਦਾ ਕੱਲੇ ਜੀ ਹੁੰਦੇ ਆ, ਉੱਥੇ ਵਾਹਣ 'ਚ ਪੈ ਜਾਂਦੇ ਆ। ਅੱਜ ਤੇ ਸਾਡੇ ਕੋਲ ਤੰਬੂ ਆ, ਉੱਤੇ ਛੱਤ ਵੀ ਹੈਗੀ ਆ, ਅੱਜ ਤੇ ਸਾਨੂੰ ਕੋਈ ਦਿੱਕਤ ਨਹੀਂ। ਇੱਥੇ ਤੇ ਐਂ ਰੌਣਕ ਕਿ ਮੇਲਾ ਵਾਂਗੂ, ਮੇਲੇ ਵਾਲਾ ਮਾਹੌਲ ਆ, ਘਰ ਕੋਈ ਰਹਿੰਦਾ ਹੀ ਨਹੀਂ ਜੇ। ਹਿਸਾਬ ਲਾ ਲਓ ਰਾਤ ਨੂੰ ਹੀ ਜਾਂਦੇ ਆ ਨਾ, ਤੇ ਮੰਨ ਲਓ ਘਰ ਜੀ ਨਹੀਂ ਜੇ ਸਾਡਾ ਲੱਗਦਾ। ਅਸੀਂ ਪਾਣੀ ਧਾਣੀ ਜਦੋਂ ਕਣਕ ਨੂੰ ਲਾਉਣਾ ਫੇਰ ਲਾਉਣਾ, ਜਾਂ ਇੱਥੇ ਕੋਈ ਇੱਥੇ ਵੇਖੋ ਜੀ, ਜਦੋਂ ਆ ਤੁਹਾਡੂ ਮੇਰੇ ਖੁਸ਼ੀ ਹੁੰਦੀ ਹੈ ਇੱਕ ਦੂਜੇ ਨੂੰ ਆਪਾਂ ਮਿਲਦੇ ਨੇ, ਭਾਈਚਾਰਾ ਸਾਂਝ ਵੱਧਦਾ। ਜਦੋਂ ਸਾਡੇ ਭਰਾ ਸਾਡੇ ਕੋਲ ਆਣ ਕੇ ਮਿਲਦੇ, ਦੂਰੋਂ ਨੇੜੇ ਆਉਂਦੇ, ਸਾਡਾ ਜੀ ਕਿਸੇ ਦਾ ਕੀ ਲੱਗਣਾ? ਆ ਤੁਹਾਡੇ ਸਾਹਮਣੇ ਪਿੰਡਾਂ ਦਾ ਕੋਈ ਹੈ ਜੀ ਘਰ? ਸਾਰੇ ਕੋਈ ਧਰਨਿਆਂ ਤੇ ਆ, ਕੋਈ ਉੱਥੇ ਗਿਆ ਵਾ, ਕੋਈ ਲੰਗਰ ਪਕਾ ਘਲਾਉਣ ਡਿਆ ਵਾ, ਕੋਈ ਕੁਛ, ਹਰ ਕੋਈ ਸੇਵਾ ਤੇ ਲੱਗਾ। ਹੁਣ ਤੁਹਾਡਾ ਇੱਥੋਂ ਵੀ ਕੋਈ ਜੱਥਾ ਵੀ ਜਿਹੜਾ ਵਾ ਰਵਾਨਾ ਹੋਏਗਾ ਦਿੱਲੀ ਨੂੰ, ਕਿਉਂਕਿ ਗੱਲਬਾਤ ਕਰਨ ਦੀ ਜਿਹੜੀ ਕਵਾਇਦ ਉਹਨੂੰ ਖਤਮ ਕਰ ਦਿੱਤੀ ਗਈ ਕਿਸਾਨਾਂ ਵੱਲੋਂ। ਉਹਨਾਂ ਨੇ ਕਹਿਤਾ ਕਿ ਅਸੀਂ ਹੁਣ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ, ਜੇ ਜਾਂ ਹਾਂ ਤੇ ਜਾਂ ਨਾ ਦਾ ਜਵਾਬ ਹੋਣਾ ਚਾਹੀਦਾ। ਕੀ ਸਮਝਦੇ ਕਿ ਹੁਣੇ ਤੋਂ ਹੋਰ ਜੱਥੇ ਵੀ ਜਾਣਗੇ ਤਾਂ ਜੋ ਕਿ ਦਿੱਲੀ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕੇ? ਹਾਂ, ਨਹੀਂ ਜੱਥੇ ਤੇ ਪਹਿਲੇ ਦਿਨ ਤੋਂ ਹੀ ਆਪਣੇ ਗਏ ਆ, 24 ਤਰੀਕ ਨੂੰ ਜੱਥੇ ਆਪਣੇ ਚੱਲ ਗਏ ਸੀ ਇੱਥੋਂ। ਹੁਣ ਕੀ ਹੋਣ ਡਿਆ ਵਾ ਵੀ ਜੱਥੇ ਜਿਹੜੇ ਆਲਰੇਡੀ ਗਏ ਆ, ਉਹ ਜੱਥੇ 2-4 ਟਰਾਲੀਆਂ 'ਚ ਵਾਪਸ ਆ ਜਾਣੀਆਂ, 5 ਟਰਾਲੀਆਂ ਰੋਜ਼ ਹੀ ਜਾਣ ਡੀਆਂ, ਰੋਜ਼ ਹੀ ਸ਼ਾਮ ਨੂੰ 5 ਸਵੇਰੇ 10 ਟਰਾਲੀਆਂ ਰੋਜ਼ ਜਾਂਦੀਆਂ, ਤੇ ਕਾਰਾਂ ਦਾ ਅੰਤ ਹੀ ਕੋਈ ਨਹੀਂ ਕਿੰਨੀਆਂ ਜਾਣ ਡੀਆਂ। ਤੁਸੀਂ ਇੱਕ ਐਲਾਨ ਕੀਤਾ ਸੀਗਾ ਜੀ ਕਿ ਕੋਈ ਵੀ ਸਿਆਸੀ ਬੰਦਾ ਜਿਹੜਾ ਵਾ ਉਹ ਨਹੀਂ ਪਲੇਟਫਾਰਮ ਤੇ ਦੇਖਣ ਨੂੰ ਮਿਲੇਗਾ, ਹਰ ਇੱਕ ਜਥੇਬੰਦੀ ਨੇ ਐਲਾਨ ਕੀਤਾ। ਲੇਕਿਨ ਕੱਲ ਇੱਕ ਅਕਾਲੀ ਦਲ ਦੇ ਲੀਡਰ ਉੱਠਦੇ ਨੇ, ਫ੍ਰੀ ਡੀਜ਼ਲ ਪਵਾ ਕੇ ਦਿੱਤਾ ਜਾਂਦਾ ਉਹਨਾਂ ਵੱਲੋਂ ਟਰੈਕਟਰ ਟਰਾਲੀਆਂ ਦੇ ਵਿੱਚ। ਕਿ ਲੱਗਦਾ ਕਿ ਫਿਰ ਪੋਲਿਟਿਕਸ ਭਾਰੀ ਤੇ ਨਹੀਂ ਕੀਤੀ ਜਾ ਰਹੀ ਇਸ ਉੱਤੇ? ਅਸਲ 'ਚ ਸਾਰਾ ਕੁਝ ਨਹੀਂ ਮਰਦਾ ਹੁੰਦਾ। ਪਿੰਡਾਂ ਦੇ ਵਿੱਚ ਮੋਤਬਰ ਜਿਹਨੇ ਹੈਗੇ, ਇਹਨਾਂ ਦੇ ਮੋਤਬਰ ਹੈਗੇ ਆ, ਉਹੋ ਹੀ ਜਿਹੜਾ ਆਪਣਾ ਟਰਾਲੀਆਂ ਲੈ ਕੇ ਇੱਕ ਫੋਟੋ ਲਾਉਣ ਦੀ ਗੱਲ ਹੈ, ਇੱਕ ਹੀਰੋ ਬਣ ਦੀ ਗੱਲ ਕਰਨ ਦੇ ਆ। 2-4 ਟਰਾਲੀਆਂ ਉਹਨਾਂ ਲਿਆਂਦੀਆਂ ਜਨਾਲੇ ਦੇ ਵਿੱਚੋਂ, ਕੁਝ ਮਜੀਠੀਏ ਦੇ ਵਿੱਚੋਂ, 3-4 ਟਰਾਲੀਆਂ ਨੂੰ ਤੇਲ ਪਾਤਾ ਹੋਊ ਜੇ 20,000 ਦਾ, ਤੇ ਹੀਰੋ ਬਣਨ ਵਾਲੀ ਗੱਲ ਕਰਨ ਦੇ ਆ। ਸੰਗਤ ਆਪ ਹੀ ਇੰਨੀ ਤੁਰੀ ਜਾਂਦੀ ਹੈ ਕਿ ਇਹਨਾਂ ਦੇ ਤੇਲ ਦੀ ਕਿਤੇ ਹੈਗੀ ਆ। ਜਦੋਂ ਇੱਥੇ ਡਰਾਈ ਫਰੂਟਾਂ ਦਾ ਅੰਤ ਕੋਈ ਨਹੀਂ, ਕੋਈ ਅੰਤ ਹੈ, ਤੇ ਸਿਰਫ ਆਪਣੀ ਇੱਕ ਫੋਟੋ ਲਵਾ ਕੇ ਹੀਰੋ ਬਣਨਾ ਚਾਹੁੰਦੇ। ਪਰ ਹੁਣ ਹੀਰੋ ਵਾਲਾ ਕੰਮ ਕੋਈ ਰਹਿ ਨਹੀਂ ਗਿਆ। ਦੋਗਲੀ ਸ਼ੌਹਰਤ ਆ। ਵੇਖੋ ਅੱਗੇ ਵੀ ਇਹੋ ਹੀ ਆਰਡੀਨੈਂਸ ਪਾਸ ਕਰਾਉਣ ਵਾਲੇ। ਮੈਂ ਨਾ ਵੀ ਉਦੋਂ ਅਸੀਂ ਜਿਹੜੀ ਸਭ ਤੋਂ ਪਹਿਲੀ ਮੀਟਿੰਗ ਸੀ ਨਾ, ਉਦੋਂ ਸਾਡੇ ਨਾਲ ਐਗਰੀਕਲਚਰ ਦੇ ਜਿਹੜੇ ਕਾਹਨ ਸਿੰਘ ਪੰਨੂ ਉਹ ਆਏ ਸਾਡੇ ਕੋਲ, ਉਹ ਸਾਨੂੰ ਮਿਲਿਆ, ਸਾਨੂੰ ਸਪੈਸ਼ਲ ਉਹ ਘਰ ਲੈ ਕੇ ਗਏ ਆ। ਕਹਿੰਦੇ ਵੀ ਸਾਨੂੰ ਨਾ ਸਾਰੀਆਂ ਅੰਦਰਲੀਆਂ ਗੱਲਾਂ ਦੱਸੀਆਂ ਵੀ ਜਿੱਦਣ ਆਰਡੀਨੈਂਸ ਪਹਿਲੇ ਦਿਨ ਆਇਆ ਵਾ, ਉਦੋਂ 5 ਜੂਨ ਦੀ ਸ਼ਾਇਦ ਗੱਲ ਸੀ, ਉਦੋਂ ਇਹਨਾਂ ਦੀ ਵੀਡੀਓ ਕਾਨਫਰੰਸ ਰਾਹੀਂ ਗੱਲ ਹੁੰਦੀ ਆ। ਉਹ ਆਂਦੇ ਆ ਵੀ ਮੈਂ ਨਾ ਕਰਤੀ, ਮੈਂ ਕੋਰੀ ਨਾ ਕਰਤੀ, ਤੇ ਲੋਕਾਂ ਦੀ ਅਰਥੀ ਆ, ਲੋਕਾਂ ਨੂੰ ਮਾਰੂ ਆ, ਮਾਰ ਦੂ ਦੇਸ਼ ਨੂੰ। ਦੇਸ਼ ਦਾ ਢਾਂਚਾ ਜਿਹੜਾ 17 ਸਾਲਾਂ 'ਚ ਬਣਿਆ ਸਾਰਾ ਤਬਾਹ ਹੋ ਜਾਣਾ, ਇਸ ਕਰਕੇ ਇਹ ਨਹੀਂ ਚਾਹੀਦਾ। ਅੱਛਾ, ਜਦੋਂ ਉਹਨਾਂ ਨੇ ਇਹ ਗੱਲ ਆਖੀ ਵੀ ਮੈਂ ਨਾ ਕਰਤੀ, ਅੱਧੇ ਘੰਟੇ ਬਾਅਦ ਸੁਖਬੀਰ ਬਾਦਲ ਦਾ ਫੋਨ ਆ ਗਿਆ। ਸੁਖਬੀਰ ਬਾਦਲ ਆਂਦਾ ਵੀ ਭਾਈ ਇਹ ਕਿਉਂ ਕੀਤਾ ਤੁਸੀਂ ਕੰਮ? ਤੁਸੀਂ ਅਫਸਰਸ਼ਾਹੀ ਦੇ ਦਾਇਰੇ 'ਚ ਰਹੋ, ਸਿਆਸਤ ਨਾ ਕਰੋ। ਇਹਦਾ ਮਤਲਬ ਇਹ ਵੀ ਪਾਸ ਕਰਾਉਣ ਵਾਲੇ ਇਹ ਹੀ, ਤੇ ਮੁੜ ਕੇ ਆਂਦੇ ਸਾਨੂੰ ਪਤਾ ਹੀ ਕੋਈ ਨਹੀਂ ਆਰਡੀਨੈਂਸ ਬਾਰੇ। ਇਹ ਦੋਹਰੀ ਨੀਤੀ ਆ, ਇਹ ਸਰਕਾਰਾਂ ਦੀਆਂ ਦੋਹਰੀਆਂ ਨੀਤੀਆਂ ਬਾਹਰ ਨਿਕਲੀਆਂ, ਤਾਂ ਹੀ ਲੋਕਾਂ ਦਾ ਘੋਲ ਬਣ ਗਿਆ। ਹੁਣ ਇਹ ਤੇ ਪਿੱਛੇ ਚੱਲ ਗਏ, ਇਹ ਤੇ ਐਂਡ ਵਾਲੀ ਸੀਟ ਤੇ ਚੱਲ ਗਏ ਆ। ਲੋਕ ਅੱਗੇ ਆ, ਲੋਕ ਵੱਡੇ ਹੁੰਦੇ ਆ। ਲੋਕ ਵੱਡੇ ਨੇ। ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਕਈ ਬਜ਼ੁਰਗ ਜਿਹੜੇ ਨੇ ਇੱਥੇ ਵੀ ਮੌਜੂਦ ਨੇ। ਤੁਸੀਂ ਵੀ ਲੰਮਾ ਸਮਾਂ ਜਿਹੜੇ ਕਈ ਸਿਆਸੀ ਰੰਗ ਵੀ ਵੇਖੇ ਹੋਣਗੇ, ਕਦੀ ਘੋਲ ਵੇਖਿਆ, ਕਦੀ ਇਸ ਤਰ੍ਹਾਂ ਐਡਾ ਲੰਮਾ ਘੋਲ ਚੱਲਦਾ ਹੋਵੇ ਹੁਣ? ਕਿਉਂਕਿ ਲਗਾਤਾਰ ਹੀ ਕਿਹਾ ਹੀ ਜਾ ਰਿਹਾ ਕਿ ਖੇਤੀ ਕਾਨੂੰਨ ਰੱਦ ਹੀ ਕੀਤੇ ਜਾਣਗੇ। ਹਾਂਜੀ, ਇਹ 47 ਤੋਂ ਬਾਅਦ ਸਭ ਤੋਂ ਪਹਿਲਾ ਵੱਡਾ ਅੰਦੋਲਨ ਜਿਹੜਾ ਹੁਣ ਚੱਲਿਆ, ਪਰ ਇਹ ਅੰਦੋਲਨ ਨੂੰ ਐਡੀ ਕਾਮਯਾਬੀ ਮਿਲੀ ਆ। ਸਿਆਸੀ ਲੋਕਾਂ ਦੇ ਐਸੀ ਮੂੰਹ ਤੇ ਚਪੇੜ ਵੱਜਣੀ, ਉਹ ਜਿਹੜੇ ਲੋਕਾਂ ਨੂੰ ਬੁੱਧੂ ਬਣਾ ਕੇ 70 ਸਾਲ ਆਪਣੀਆਂ ਕੁਰਸੀਆਂ ਕਾਇਮ ਰੱਖਦੇ ਸੀ। ਲੋਕ ਇਸ ਗੱਲ ਨੂੰ ਹੁਣ ਸੁਲਝ ਗਿਆ ਵੀ ਇਹਨਾਂ ਨੂੰ ਕੁਰਸੀਆਂ 'ਤੇ ਨਹੀਂ ਬਹਿਣ ਦਿੱਤਾ ਜਾਊਗਾ। ਇਹਨਾਂ ਦੇਸ਼ ਵੇਚਤਾ, ਇਹਨਾਂ ਮੁਲਕ ਵੇਚਤਾ,
ਇਹਨਾਂ ਪਿੰਡਾਂ ਦੇ ਪਿੰਡ ਵੇਚਤੇ। ਇਹਨਾਂ ਨੇ ਸਰਕਾਰ ਦਾ, ਸਾਡੇ ਲੋਕਾਂ ਦਾ ਬੇੜਾ ਗਰਕ ਕਰਤਾ ਇਹਨਾਂ ਲੀਡਰਾਂ ਨੇ। ਲੇਕਿਨ ਕਿਸਾਨ ਪਹਿਲਾਂ ਜਾਗਰੂਕ ਨਹੀਂ ਸੀਗਾ, ਹੁਣ ਜਾਗਰੂਕ ਹੋਣਾ ਸ਼ੁਰੂ ਹੋ ਗਿਆ ਕਿ ਲੱਗਦਾ ਕਿਸਾਨ ਦੀ ਜਿਹੜੀ ਨਵੀਂ ਜਨਰੇਸ਼ਨ ਆ, ਜਿੱਦਾਂ ਸਾਡੇ ਕੋਲ ਹਰਜੀਤ ਸਿੰਘ ਝੀਤਾ ਜੀ ਆ, ਪੜ੍ਹੇ ਲਿਖੇ ਆ, ਸਾਡੇ ਲਾਗੂ ਆ, ਇਹਨਾਂ ਦੀ ਪੜ੍ਹੀ ਲਿਖੀ ਸੋਚ ਇਹੋ ਜਿਹੜੀ ਕਿਸਾਨਾਂ ਨੂੰ ਜਾਗਰਤ ਕਰ ਰਹੀ ਆ, ਕਿਸਾਨਾਂ ਦੇ ਦਿਲ 'ਚ ਭਰ ਰਹੀ ਹੈ ਵੀ ਆਹ ਇਦਾਂ ਹੀ ਲੁੱਟੇ ਜਾ ਰਹੇ ਆ, ਇਦਾਂ ਹੀ ਕੁੱਟੇ ਜਾ ਰਹੇ ਆ, ਇਦਾਂ ਸਾਡੇ ਨਾਲ ਸਰਕਾਰਾਂ ਵਿਤਕਰੇ ਕਰ ਰਹੀਆਂ। ਸੋ ਤੁਸੀਂ ਇਹ ਵੇਖਿਆ ਕਿ ਲਗਾਤਾਰ ਜਿਹੜਾ ਆ ਮੋਰਚਾ ਇੱਥੇ ਆ ਜਿਹੜਾ ਆ ਜਾਰੀ ਕੀਤਾ ਗਿਆ ਹੈ ਔਰ ਲਗਾਤਾਰ ਹੀ ਕਿਸਾਨਾਂ ਵੱਲੋਂ ਜਿਹੜਾ ਆ ਉਹ ਦਿੱਲੀ ਵੱਲ ਵੀ ਜਿਹੜੀ ਆ ਕੂਚ ਕੀਤੀ ਜਾ ਰਹੀ ਹੈ। ਹਾਲਾਂਕਿ ਕੱਲ ਵੀ ਕੁਝ ਵੱਡੇ ਜੱਥੇ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਜਿਹੜੇ ਨੇ ਉਹ ਰਵਾਨਾ ਕੀਤੇ ਜਾਣਗੇ। ਲੇਕਿਨ ਜੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤੇ ਅੰਮ੍ਰਿਤਸਰ ਦੀ ਕਈ ਮੁੱਖ ਮਾਰਗਾਂ ਦੇ ਉੱਤੇ ਜਿਹੜਾ ਆ ਜਿਹੜੇ ਕਿਸਾਨਾਂ ਵੱਲੋਂ ਜਿਹੜੇ ਮੋਰਚੇ ਜਿਹੜੇ ਨੇ ਉਹ ਸ਼ੁਰੂ ਕੀਤੇ ਗਏ ਨੇ, ਕਿਉਂਕਿ ਲਗਾਤਾਰ ਹੀ ਇਹ ਘੋਲ ਜਿਹੜਾ ਆ ਲੰਮਾ ਹੁੰਦਾ ਜਾ ਰਿਹਾ ਹੈ ਔਰ ਲਗਾਤਾਰ ਕਾਨੂੰਨ ਦੀ ਸਹਾਇਤਾ ਵੀ ਜਿਹੜੀ ਆ ਉਹ ਵੀ ਲਿੱਤੀ ਜਾ ਰਹੀ ਹੈ। ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਦੇ ਮਾਨਾ ਵਾਲੇ ਟੋਲ ਪਲਾਜ਼ਾ ਦੇ ਉੱਤੇ ਵੀ ਲਗਾਤਾਰ ਜਿਹੜਾ ਆ ਇੱਥੇ ਕਿਸਾਨਾਂ ਵੱਲੋਂ ਜਿਹੜਾ ਆ ਘੋਲ ਜਿਹੜਾ ਆ ਸ਼ੁਰੂ ਕੀਤਾ ਗਿਆ ਹੈ ਔਰ ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਵੀ ਕਾਫੀ ਜਿਹੜੀ ਆ ਰਾਹਤ ਦੀ ਜਿਹੜੀ ਆ ਚੀਜ਼ਾਂ ਵੇਖਣ ਨੂੰ ਮਿਲੀਆਂ। ਨਹੀਂ ਤਾਂ ਲਗਾਤਾਰ ਇੱਥੇ ਟੋਲ ਪਲਾਜ਼ਾ ਦੇ ਉੱਤੇ ਹਜ਼ਾਰਾਂ ਰੁਪਏ ਦੇ ਜਿਹੜੇ ਸੀਗੇ ਪੈਸੇ ਜਿਹੜੇ ਦੇ ਕੇ ਉਹ ਇੱਥੋਂ ਲੰਘਦੇ ਸੀਗੇ। ਲੇਕਿਨ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਜਿਹੜਾ ਆ ਉਨ ਲੋਕਾਂ ਨੂੰ ਵੀ ਇਹਦਾ ਫਾਇਦਾ ਮਿਲਦਾ ਹੋਇਆ ਹੁਣ ਨਜ਼ਰ ਆ ਰਿਹਾ, ਕਿਉਂਕਿ ਕਿਸਾਨਾਂ ਵੱਲੋਂ ਇੱਥੇ ਲੰਮੇ ਸਮੇਂ ਤੋਂ ਜਿਹੜੀ ਆ ਉਹ ਜਿਹੜੀ ਆਪਣਾ ਮੁਹਿੰਮ ਹੈ ਉਹ ਵੀ ਛੇੜੀ ਹੋਈ ਹੈ ਔਰ ਅੰਮ੍ਰਿਤਸਰ ਦੇ ਨਾਲ ਜੰਡਿਆਲਾ ਗੁਰੂ ਅਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਸ਼ਵੇਤ ਮਲਿਕ ਨੇ ਰਾਜ ਸਭਾ ਮੈਂਬਰ ਨੇ ਭਾਜਪਾ ਦੇ, ਉਹਨਾਂ ਦੇ ਘਰ ਦੇ ਬਾਹਰ ਵੀ ਜਿਹੜਾ ਵਾ ਕਿਸਾਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਜਾ ਰਿਹਾ ਵਾ। ਲੇਕਿਨ ਹੁਣ ਜੇ ਗੱਲ ਕੀਤੀ ਜਾਵੇ ਅੱਜ ਦੀ ਤੇ ਹੁਣ ਵੀ ਜਿਹੜਾ ਕਿਸਾਨ ਜਿਹੜੇ ਨੇ ਉਹ ਟੋਲ ਪਲਾਜ਼ਿਆਂ ਉੱਤੇ ਬੈਠੇ ਹੋਏ ਨੇ ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਚੀਜ਼ ਦੀ ਕਮੀ ਜਿਹੜੀ ਆ ਉਹ ਦਿੱਲੀ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ, ਚਾਹੇ ਉਹ ਡਰਾਈ ਫਰੂਟ ਹੋਵੇ, ਚਾਹੇ ਉਹ ਕੋਈ ਵੀ ਸਮਾਨ ਹੋਵੇ, ਕਿਉਂਕਿ ਜਿਹੜੇ ਕਿਸਾਨ ਨੇ ਉਹ ਆਪਣਾ ਪੂਰਾ ਘੋਲ ਜਿਹੜਾ ਹੈ ਉਹ ਜਿੱਤ ਕੇ ਹੀ ਵਾਪਸ ਪਹੁੰਚਣਗੇ। ਲੇਕਿਨ ਕਿਤੇ ਨਾ ਕਿਤੇ ਜ਼ਰੂਰ ਸਰਕਾਰਾਂ ਨੂੰ ਵੀ ਇਹ ਜਿਹੜੇ ਨੇ ਆਰਡੀਨੈਂਸ ਜਿਹੜੇ ਨੇ ਜਿਹੜੇ ਕਾਨੂੰਨ ਬਣ ਚੁੱਕੇ ਨੇ ਇਹਨਾਂ ਨੂੰ ਰੱਦ ਕਰਨਾ ਪਵੇਗਾ। प्राइड पंजाब टीवी सब्सक्राइब करना ना भूलना।